खुदावंद यसू मसीह दे सोहने उच्चे कद्दूस अते बरहक नाम विच तुहानू सबना वेखण वालियां नू अते सुनन वालियां नू तारिक चौधरी वालों हजारां हजार सलामा होण। भैणों ते भराओ, इस तो पहलों भई असीं अज दी गलबात दा मुੱਢ बन्नीए ਅਤੇ ਅੱਜ ਦੇ ਮੌਜੂ ਨੂੰ ਅੱਜ ਦੀ ਤਮਸੀਲ ਦੇ ਸਹਾਰੇ ਲੈ ਕੇ ਅਗਲੇ ਪੈਂਡੇ ਪਈਏ। ਲੋੜ ਇਸ ਗੱਲ ਦੀ ਹੈ ਭਈ ਅਸੀਂ ਆਪਣੇ ਮਾਮੂਲ ਦੇ ਮੁਤਾਬਕ ਆਪਣੇ ਆਸਮਾਨੀ ਬਾਪ ਦੇ ਸੋਹਣੇ ਅਤੇ ਅਜ਼ੀਮੋ ਸ਼ਾਨ ਤਖਤ ਦੇ ਸਾਹਮਣੇ ਆਪਣਿਆਂ ਸਿਰਾਂ ਨੂੰ ਝੁਕਾਈਏ ਅਤੇ ਆਪਣੀਆਂ ਝੋਲੀਆਂ ਨੂੰ ਖਿਲਾਰੀਏ ਅਤੇ ਉਹਦੇ ਕੋਲੋਂ ਆਸਮਾਨੀ ਹਕਮਤ ਦੀ ਖੈਰ ਮੰਗੀਏ, ਆਸਮਾਨੀ ਦਾਨਾਈ ਦੀ ਖੈਰ ਮੰਗੀਏ, ਆਸਮਾਨੀ ਦਾਨਸ਼ ਦੀ ਖੈਰ ਮੰਗੀਏ, ਆਸਮਾਨੀ ਅਕਲ ਦੀ ਖੈਰ ਮੰਗੀਏ, ਆਸਮਾਨੀ ਇਲਮ ਦੀ ਖੈਰ ਮੰਗੀਏ, ਆਸਮਾਨੀ ਸ਼ਊਰ ਦੀ ਖੈਰ ਮੰਗੀਏ, ਆਸਮਾਨੀ ਆਗਹੀ ਦੀ ਖੈਰ ਮੰਗੀਏ, आसमानी फहम दी खैर मंगीए, आसमानी इदराक दी खैर मंगीए, आसमानी समझ बूझ दी खैर मंगीए, आसमानी सियानफ दी खैर मंगीए अते आसमानी बसारत अते बसीरत दी खैर मंगीए तां जो ओदा सोहना उच्चा सुच्चा अते पाकीज़ा कलाम साडियां सिरां उत्तों दी ना लंघ जावे अते किधरे इंज ना होवे भई असीं ओदे सोहणे उच्चे सुच्चे अते पाकीज़ा कलाम नूं एक कन्नी पा के दूजे कन्नी कढ देवीए, सगों ओदे कोलों अजाई तौफीक मंगीए भई ओदा कलाम साडियां दिलां उत्ते नक्श हो जावे अते इस कलाम दी लोह विच सानू हयाती दियां राहां उत्ते टुरन दा झज आ जावे, टुरन दी जाच आ जावे, टुरन दा वल आ जावे अते टुरन दा तरीका आ जावे तां जो सानू अबदीयत दियां मंजिलां नसीब होण, सानू कामलियत दियां मंजिलां नसीब होण अते सानू हमेशगी दियां मंजिलां नसीब होण। आओ दुआ मंगीए। खुदावंद यसू मसीह दे उच्चे सुच्चे कद्दूस अते बरहक नां दे वसीले विच साडे अजली अते आसमानी बाप, असी दिलो जानो तेरी पाक जात दा शुक्र अदा करदे हां भई तू साडे उत्ते ढेर सारा मेहरबान है अते सच्ची मुच्ची तेरे करम सबबों, तेरे फजल सबबों, तेरी कृपा सबबों अते तेरी दया सबबों असी अज दे दिहाड़े तीक जिंदा हाँ अते अज दे सोहने वेले वास्ते भी ढेरां ढेर शुक्र अदा करदे हां भई तू सानू एक बारी फिर ये सुनहरा वेला अता कीता तां जो असी तेरे पाकीज़ा कलाम उत्ते तवज्जो दी एक होर झाती पावीए, सानू इस ज्ञान ध्यान विच कामयाबी अता कर दे। ऐ साडे वफादार अते बुजुर्ग बाप, असी बड़ी आजजी नाल अते बड़ी फरोतनी नाल बेनती करदे हां भई सानू अजही तौफीक अता फरमा भई साडी हयाती दियां सभे कारगुजारियां तेरे पाकीज़ा कलाम दे सच्चे विच ढल जाण, तेरे पाकीज़ा कलाम दी कसवट्टी विच ढल जाण, तेरे पाकीज़ा कलाम दे पैमाने विच ढल जाण अते तेरे पाकीज़ा कलाम दी साल विच ढल जाण तां जो साडी हयाती विच कोई अजिहा टेढ़ मेढ़ अते अजिहा डिंग पुडिंग ना रवे जेड़ा सानू हमेशा दी हयाती दे ताज नू लैण तो महरूम रखे। सानू सोचण दा, सानू बोलण दा, सानू वेखण दा अते सानू सुनण दा
ਅਜਿਹਾ ਤਰੀਕਾ ਅਤੇ ਸਲੀਕਾ ਅਤਾ ਫਰਮਾ ਭਈ ਅਸੀਂ ਜੋ ਕੰਮ ਕਰੀਏ ਦਿਲੋਂ ਜਾਨੋ ਹੋ ਕੇ ਕਰੀਏ, ਇਹ ਜਾਣ ਕੇ ਭਈ ਅਸੀਂ ਤੇਰੇ ਕਦੂਸ ਅਤੇ ਬਰਹਕ ਨਾਂ ਦੇ ਜਲਾਲ ਵਾਸਤੇ ਕਰਦੇ ਹਾਂ, ਤਾਂ ਜੋ ਆਖਰਕਾਰ ਸਾਨੂੰ ਤੇਰੇ ਸੋਹਣੇ ਪੁੱਤਰ ਦੀ ਕਚਹਿਰੀ ਵਿੱਚੋਂ ਹਮੇਸ਼ਾ ਦੀ ਹਯਾਤੀ ਦਾ ਤਾਜ ਨਸੀਬ ਹੋਵੇ। ਖੁਦਾਵੰਦ ਯਿਸੂ ਮਸੀਹ ਦਾ ਸੋਹਣਾ ਉੱਚਾ ਕਦੂਸ ਅਤੇ ਬਰਹਕ ਨਾਂ ਲੈ ਕੇ ਇਹ ਦੁਆ ਮੰਗਦੇ ਹਾਂ, ਸੁਣ ਅਤੇ ਬਖਸ਼ ਦੇ, ਆਮੀਨ। ਭੈਣੋ ਅਤੇ ਭਰਾਓ, ਮਾਮੋ ਅਤੇ ਧੀਓ, ਬਜ਼ੁਰਗੋ ਅਤੇ ਬੱਚਿਓ ਅਤੇ ਬੇਲੀਓ ਅਤੇ ਸੰਗੀਓ, ਬਾਈਬਲ ਮੁਕੱਦਸ ਬੜੇ ਨਖੇੜੇ ਨਾਲ, ਬੜੀ ਵੰਡ ਨਾਲ ਅਤੇ ਬੜੇ ਵੇਰਵੇ ਨਾਲ ਸਾਨੂੰ ਦੱਸਦੀ ਏ ਭਈ ਬਾਈਬਲ ਦਾ ਜ਼ਿੰਦਾ ਖੁਦਾ, ਬਾਈਬਲ ਦਾ ਹਕੀਕੀ ਖੁਦਾ, ਬਾਈਬਲ ਦਾ ਹਤਮੀ ਖੁਦਾ, ਬਾਈਬਲ ਦਾ ਲਾ ਤਬਦੀਲ ਖੁਦਾ ਅਤੇ ਬਾਈਬਲ ਦਾ ਹਮੇਸ਼ਾ ਹਮੇਸ਼ਾ ਤੀਕ ਕਾਇਮ ਅਤੇ ਦਾਇਮ ਰਹਿਣ ਵਾਲਾ ਖੁਦਾ ਇੱਕ ਖਿਆਲੀ ਖੁਦਾ ਨਹੀਂ ਅਤੇ ਇੱਕ ਤਸਵਰਾਤੀ ਖੁਦਾ ਨਹੀਂ, ਸਗੋਂ ਸੱਚੀ ਮੁੱਚੀ ਦਾ ਖੁਦਾ ਏ। ਉਸ ਖੁਦਾ ਤੋਂ ਇਲਾਵਾ ਨਾ ਕੋਈ ਦੂਜਾ ਆਸਮਾਨ ਤੇ ਖੁਦਾ ਮੌਜੂਦ ਏ, ਨਾ ਕੋਈ ਦੂਜਾ ਫਿਜ਼ਾਵਾਂ ਵਿੱਚ ਖੁਦਾ ਮੌਜੂਦ ਏ, ਨਾ ਕੋਈ ਦੂਜਾ ਧਰਤੀ ਉੱਤੇ ਖੁਦਾ ਮੌਜੂਦ ਏ ਅਤੇ ਨਾ ਕੋਈ ਦੂਜਾ ਪਾਤਾਲ ਵਿੱਚ ਖੁਦਾ ਮੌਜੂਦ ਏ। ਸਗੋਂ ਉਹ ਇਕੱਲਾ ਹੀ ਸਾਰੀ ਪੂਜਾ ਦੇ ਲਾਇਕ ਏ, ਸਾਰੀ ਇਬਾਦਤ ਦੇ ਲਾਇਕ ਏ, ਸਾਰੀ ਬੰਦਗੀ ਦੇ ਲਾਇਕ ਏ, ਸਾਰੀ ਤਾਰੀਫ ਦੇ ਲਾਇਕ ਏ, ਸਾਰੀ ਤਮਜੀਦ ਦੇ ਲਾਇਕ ਏ, ਸਾਰੀ ਤਾਜ਼ੀਮ ਦੇ ਲਾਇਕ ਏ, ਸਾਰੀ ਸਿਤਾਇਸ਼ ਦੇ ਲਾਇਕ ਏ, ਸਾਰੀ ਪ੍ਰਸਤਸ਼ ਦੇ ਲਾਇਕ ਏ, ਸਾਰੀ ਵਡਿਆਈ ਦੇ ਲਾਇਕ ਏ, ਸਾਰੀ ਮਹਿਮਾ ਦੇ ਲਾਇਕ ਏ ਅਤੇ ਸਾਰੀ ਉਸਤਤ ਦੇ ਲਾਇਕ ਏ। ਅਤੇ ਜਿਨਨੇ ਉਹਦੇ ਸੋਹਣੇ ਪੁੱਤਰ ਦੇ ਪਾਕੀਜ਼ਾ ਖੂਨ ਰਾਹੀਂ ਉਹਦਿਆਂ ਪੁੱਤਰਾਂ ਧੀਆਂ ਵਿੱਚ ਸ਼ਾਮਲ ਅਤੇ ਦਾਖਲ ਹੋ ਗਏ ਨੇ, ਉਹਨਾਂ ਕੋਲੋਂ ਉਹਦਾ ਖਾਸ ਤਕਾਜ਼ਾ ਏ, ਉਹਨਾਂ ਕੋਲੋਂ ਉਹਦੀ ਖਾਸ ਤਵੱਕੋ ਏ ਭਈ ਉਹ ਆਪਣਿਆਂ ਕੰਮਾਂ ਕਾਰਾਂ ਵਿੱਚੋਂ, ਆਪਣੇ ਉੱਠਣ ਬਹਿਣ ਵਿੱਚੋਂ, ਆਪਣੇ ਸੌਣ ਜਾਗਣ ਵਿੱਚੋਂ, ਆਪਣੇ ਖਾਣ ਪੀਣ ਵਿੱਚੋਂ, ਆਪਣੇ ਬੋਲਣ ਸੁਣਨ ਵਿੱਚੋਂ, ਆਪਣੇ ਲਿਖਣ ਪੜਨ ਵਿੱਚੋਂ, ਆਪਣੇ ਲੈਣ ਦੇਣ ਵਿੱਚੋਂ, ਆਪਣੇ ਉੜਨ ਪਹਿਨਣ ਵਿੱਚੋਂ ਅਤੇ ਆਪਣੇ ਸੀਨ ਪਰੋਣ ਵਿੱਚੋਂ ਉਸ ਕਦੂਸ ਅਤੇ ਬਰਹਕ ਨੂੰ ਪੂਰਾ ਪੂਰਾ ਜਲਾਲ ਦੇਣ, ਕਿਉਂ ਜੇ ਉਹਨੇ ਆਪਣੇ ਪੁੱਤਰ ਦੇ ਸੋਹਣੇ ਅਤੇ ਪਾਕੀਜ਼ਾ ਖੂਨ ਦੇ ਨਾਲ ਉਹਨਾਂ ਸਭਨਾਂ ਦੇ ਅਗਲੇ ਪਿਛਲੇ ਗੁਨਾਹ ਮੁਆਫ ਫਰਮਾ ਕੇ ਉਹਨਾਂ ਨੂੰ ਆਪਣੇ ਪੁੱਤਰਾਂ ਧੀਆਂ ਵਿੱਚ ਸ਼ਾਮਲ ਅਤੇ ਦਾਖਲ ਕਰ ਲਿਆ ਹੈ। ਅਤੇ ਨਾਲੇ ਉਹਨਾਂ ਸਭਨਾਂ ਦੇ ਨਾਲ ਇਹ ਵਾਅਦਾ ਕੀਤਾ ਹੈ ਭਈ ਵੇਲਾ ਆਉਣ ਤੇ ਉਹ ਉਹਨਾਂ ਸਭਨਾਂ ਨੂੰ ਆਪਣੇ ਨਾਲ ਹਮੇਸ਼ਗੀ ਵਿੱਚ ਦਾਖਲ ਕਰੇਗਾ। ਹੁਣ ਰਾਸਤਬਾਜ਼ਾਂ ਅਤੇ ਪਾਕਬਾਜ਼ਾਂ ਨੂੰ ਕਰਨਾ ਕੀ ਚਾਹੀਦਾ ਹੈ? ਕਰਨਾ ਇੰਜ ਚਾਹੀਦਾ ਹੈ ਜਿਵੇਂ ਪਲੂਸ ਰਸੂਲ ਕੁਲਸੀਆਂ ਦੀ ਕਲੀਸਿਆ ਦੇ ਨਾਂ ਲਿਖੇ ਹੋਏ ਆਪਣੇ ਪਾਕੀਜ਼ਾ ਖਤ ਦੇ 3 ਬਾਪ ਦੀ 23ਵੀਂ ਆਇਤ ਵਿੱਚ ਆਖਦੇ ਨੇ ਭਈ ਤੁਸੀਂ ਜੋ ਕੰਮ ਵੀ ਕਰੋ ਜੀ ਜਾਨ ਨਾਲ ਕਰੋ, ਇਹ ਜਾਣ ਕੇ ਭਈ ਤੁਸੀਂ ਖੁਦਾਵੰਦ ਵਾਸਤੇ ਕਰਨ ਡਏ ਹੋ, ਨਾ ਕਿ ਆਦਮੀਆਂ ਵਾਸਤੇ। ਅਤੇ ਇਹਦਾ ਬੁਨਿਆਦੀ ਅਤੇ ਮੁੱਢਲਾ ਸਬਬ ਇਹ ਹੈ, ਜਿਵੇਂ ਮੈਂ ਦੱਸ ਚੁੱਕਿਆ ਹਾਂ ਭਈ ਬਾਈਬਲ ਦਾ ਖੁਦਾ ਸੱਚੀ ਮੁੱਚੀ ਦਾ ਖੁਦਾ ਏ, ਬਾਈਬਲ ਦਾ ਖੁਦਾ ਜ਼ਿੰਦਾ ਖੁਦਾ ਏ, ਬਾਈਬਲ ਦਾ ਖੁਦਾ ਹਕੀਕੀ ਖੁਦਾ ਏ, ਬਾਈਬਲ ਦਾ ਖੁਦਾ ਹਤਮੀ ਖੁਦਾ ਏ, ਬਾਈਬਲ ਦਾ ਖੁਦਾ ਲਾ ਤਬਦੀਲ ਖੁਦਾ ਏ
ਅਤੇ ਬਾਈਬਲ ਦਾ ਖੁਦਾ ਹਮੇਸ਼ਾ ਹਮੇਸ਼ਾ ਤੀਕ ਕਾਇਮ ਅਤੇ ਦਾਇਮ ਰਹਿਣ ਵਾਲਾ ਖੁਦਾ ਹੈ ਅਤੇ ਉਹਦੇ ਨਾਲ ਵਰਤੋਂ ਭਾਜੀ ਰੱਖਣ ਵਾਲਿਆਂ ਨੂੰ ਸਖਣੀਏ ਵਡਿਆਈਏ ਤੈਨੂੰ ਕਿੱਥੇ ਕਿੱਥੇ ਪਾਈਏ ਵਾਲੇ ਨੁਸਖੇ ਦੇ ਮੁਤਾਬਕ ਕੋਈ ਕੰਮ ਕਰਨ ਦੀ ਇਜਾਜ਼ਤ ਨਹੀਂ ਹੋ ਸਕਦੀ। ਹੁਣ ਇਸ ਹਕੀਕਤ ਤੋਂ ਤਾਂ ਅਸੀਂ ਸਭੇ ਚੰਗੀ ਤਰ੍ਹਾਂ ਜਾਣੂ ਹਾਂ ਭਈ ਸਾਡਾ ਦੌਰ ਬੜੀਆਂ ਵੱਡੀਆਂ ਵੱਡੀਆਂ ਬਰਕਤਾਂ ਅਤੇ ਨਿਯਮਤਾਂ ਦਾ ਦੌਰ ਹੈ। ਸਾਡਾ ਦੌਰ ਸਾਇੰਸ ਅਤੇ ਟੈਕਨੋਲੋਜੀ ਦਾ ਦੌਰ ਹੈ। ਸਾਡਾ ਦੌਰ ਸੋਸ਼ਲ ਮੀਡੀਆ ਦਾ ਦੌਰ ਹੈ। ਸਾਡੇ ਦੌਰ ਦਾ ਇਨਸਾਨ ਦੁਨੀਆ ਦੀ ਕਿਸੇ ਇੱਕ ਨੁੱਕਰ ਵਿੱਚ ਬਹਿ ਕੇ, ਦੁਨੀਆ ਦੀ ਕਿਸੇ ਇੱਕ ਗੁੱਠ ਵਿੱਚ ਬਹਿ ਕੇ ਅਤੇ ਦੁਨੀਆ ਦੇ ਕਿਸੇ ਇੱਕ ਕੋਨੇ ਵਿੱਚ ਬਹਿ ਕੇ ਪੂਰੀ ਦੁਨੀਆ ਦੀਆਂ ਕੰਢਿਆਂ ਤੀਕ ਅੱਖ ਝਮਕਣ ਵਿੱਚ ਆਪਣੇ ਦਿਲ ਦੀ ਆਵਾਜ਼ ਅਪਣਾਉਣ ਵਿੱਚ ਕਾਮਯਾਬ ਹੋਣ ਡਿਆ ਹੈ। ਅਤੇ ਇਹ ਢੇਰ ਖੁਸ਼ੀ ਵਾਲੀ ਗੱਲ ਹੈ ਭਈ ਇਸੇ ਮੀਡੀਆ ਰਾਹੀਂ ਬਾਈਬਲ ਦੇ ਜ਼ਿੰਦਾ ਖੁਦਾ ਦਾ ਜ਼ਿੰਦਗੀ ਬਖਸ਼ ਕਲਾਮ ਵੀ ਰਾਤ ਦਿਨ ਸੁਨਿਆ ਸੁਨਾਇਆ ਜਾ ਰਿਹਾ ਹੈ। ਆਏ ਦਿਨ ਨਵਿਆਂ ਤਰੀਕਿਆਂ ਨਾਲ ਕਾਦਰੇ ਮੁਤਲਕ ਦੇ ਜ਼ਿੰਦਾ ਕਲਾਮ ਦੀਆਂ ਜ਼ਿੰਦਾ ਹਕੀਕਤਾਂ ਨੂੰ ਬਿਆਨ ਕੀਤਾ ਜਾਣ ਡਿਆ ਹੈ। ਆਏ ਦਿਨ ਨਵਿਆਂ ਤਰੀਕਿਆਂ ਨਾਲ ਬਾਈਬਲ ਦੇ ਜ਼ਿੰਦਾ ਖੁਦਾ ਦੀ ਤਾਰੀਫ ਅਤੇ ਤਮਜੀਦ ਵਿੱਚ ਗੀਤ ਅਤੇ ਗਜ਼ਲਾਂ ਗਾਈਆਂ ਜਾਣ ਡਈਆਂ ਨੇ, ਜਿਹਦੇ ਸਬਬੋਂ ਇਸ ਦੁਨੀਆ ਵਿੱਚ ਵਸਣ ਵਾਲਿਆਂ ਹਜ਼ਾਰਾਂ ਲੱਖਾਂ ਕਰੋੜਾਂ ਸਗੋਂ ਅਰਬਾਂ ਈਮਾਨਦਾਰਾਂ ਦੇ ਈਮਾਨ ਨੂੰ ਰੋਜ਼ ਨਵੀਂ ਤਾਜ਼ਗੀ ਮਿਲਦੀ ਏ, ਰੋਜ਼ ਨਵੀਂ ਸ਼ਗੁਫਤਗੀ ਮਿਲਦੀ ਏ, ਰੋਜ਼ ਨਵੀਂ ਸ਼ਾਦਾਬੀ ਮਿਲਦੀ ਏ ਅਤੇ ਰੋਜ਼ ਨਵੀਂ ਹਰਿਆਲੀ ਮਿਲਦੀ ਏ। ਪਰ ਇਹਦੇ ਨਾਲ ਨਾਲ ਬੜੇ ਅਫਸੋਸ ਅਤੇ ਬੜੇ ਦੁੱਖ ਨਾਲ ਇਹ ਗੱਲ ਵੀ ਆਖਾਂਗਾ ਭਈ ਸਾਡੇ ਦੌਰ ਦਾ ਰਾਸਤਬਾਜ਼ ਬਹੁਤੀ ਵਾਰੀ ਆਪਣੀ ਰਾਸਤਬਾਜ਼ੀ ਦਾ ਵਿਖਾਵਾ ਕਰਦਾ ਹੈ, ਆਪਣੀ ਨੇਕੋਕਾਰੀ ਦਾ ਵਿਖਾਵਾ ਕਰਦਾ ਹੈ, ਆਪਣੀ ਦੀਨਦਾਰੀ ਦਾ ਵਿਖਾਵਾ ਕਰਦਾ ਹੈ, ਆਪਣੀ ਈਮਾਨਦਾਰੀ ਦਾ ਵਿਖਾਵਾ ਕਰਦਾ ਹੈ, ਆਪਣੀ ਰਾਸਤਕਾਰੀ ਦਾ ਵਿਖਾਵਾ ਕਰਦਾ ਹੈ, ਆਪਣੀ ਇਨਕਸਾਰੀ ਦਾ ਵਿਖਾਵਾ ਕਰਦਾ ਹੈ, ਆਪਣੀ ਪਰਹੇਜ਼ਗਾਰੀ ਦਾ ਵਿਖਾਵਾ ਕਰਦਾ ਹੈ, ਆਪਣੀ ਵਫਾਦਾਰੀ ਦਾ ਵਿਖਾਵਾ ਕਰਦਾ ਹੈ, ਆਪਣੀ ਫਰਮਾ ਬਰਦਾਰੀ ਦਾ ਵਿਖਾਵਾ ਕਰਦਾ ਹੈ, ਆਪਣੀ ਜਾਨਸਾਰੀ ਦਾ ਵਿਖਾਵਾ ਕਰਦਾ ਹੈ, ਆਪਣੀ ਤਾਬਿਆਦਾਰੀ ਦਾ ਵਿਖਾਵਾ ਕਰਦਾ ਹੈ, ਆਪਣੀ ਖੁਦਾ ਸ਼ਨਾਸੀ ਦਾ ਵਿਖਾਵਾ ਕਰਦਾ ਹੈ, ਆਪਣੀ ਖੁਦਾ ਤਰਸੀ ਦਾ ਵਿਖਾਵਾ ਕਰਦਾ ਹੈ, ਆਪਣੀ ਖੁਦਾ ਪਰਸਤੀ ਦਾ ਵਿਖਾਵਾ ਕਰਦਾ ਹੈ, ਆਪਣੀ ਪਾਰਸਾਈ ਦਾ ਵਿਖਾਵਾ ਕਰਦਾ ਹੈ, ਆਪਣੀ ਪਾਕੀਜ਼ਗੀ ਦਾ ਵਿਖਾਵਾ ਕਰਦਾ ਹੈ, ਆਪਣੀ ਸਦਾਕਤ ਪਸੰਦੀ ਦਾ ਵਿਖਾਵਾ ਕਰਦਾ ਹੈ ਅਤੇ ਆਪਣੀ ਪਾਕਬਾਜ਼ੀ ਦਾ ਵਿਖਾਵਾ ਕਰਦਾ ਹੈ। ਯਾਨੀ ਵੇਖਣ ਵਿੱਚ ਇਸ ਤਰ੍ਹਾਂ ਆਉਣ ਡਿਆ ਹੈ ਭਈ ਸਾਡੇ ਦੌਰ ਦਾ ਪੁਜਾਰੀ ਕਾਦਰੇ ਮੁਤਲਕ ਨੂੰ ਪੂਜਾ ਦੇਣ ਤਾਂ ਲਗਾਤਾਰ ਡਿਆ ਹੈ, ਪਰ ਮਹਿਜ਼ ਦੂਜਿਆਂ ਇਨਸਾਨਾਂ ਨੂੰ ਵਿਖਾਉਣ ਵਾਸਤੇ। ਯਾਨੀ ਅਸੀਂ ਖਰਿਆਂ ਅੱਖਰਾਂ ਵਿੱਚ ਇਸ ਤਰ੍ਹਾਂ ਆਖ ਸਕਦੇ ਹਾਂ ਭਈ ਸਾਡੇ ਦੌਰ ਦਾ ਮਸੀਹੀ ਅਦੀਬ ਅਤੇ ਮਸੀਹੀ ਸ਼ਾਇਰ ਬਹੁਤੀ ਵਾਰੀ ਆਪਣੀਆਂ ਰੂਹਾਨੀ ਗਜ਼ਲਾਂ ਅਤੇ ਆਪਣੀਆਂ ਰੂਹਾਨੀ ਗੀਤਾਂ ਦਾ ਮੁੱਢ ਇਸ ਮਕਸਦ ਉੱਤੇ ਨਹੀਂ ਰੱਖਦਾ ਭਈ ਉਹਦੇ ਰੂਹਾਨੀ ਗੀਤ ਅਤੇ ਉਹਦੀਆਂ ਰੂਹਾਨੀ ਗਜ਼ਲਾਂ ਆਸਮਾਨਾਂ ਉੱਤੇ ਸੁਣੀਆਂ ਜਾਣਗੀਆਂ ਅਤੇ ਆਖੀਰ ਵਿੱਚ ਉਹਨੂੰ ਕਾਦਰੇ ਮੁਤਲਕ ਦੇ ਪੁੱਤਰ ਯਿਸੂ ਮਸੀਹ ਦੀ ਅਦਾਲਤ ਵਿੱਚੋਂ ਹਮੇਸ਼ਾ ਦੀ ਹਯਾਤੀ ਦਾ ਤਾਜ ਨਸੀਬ ਹੋਵੇਗਾ। ਅਤੇ ਬਿਲਕੁਲ ਇਸੇ ਤਰ੍ਹਾਂ ਸਾਡੇ ਦੌਰ ਦੇ ਮਸੀਹੀ ਗਾਇਕ ਕੁੜੀਆਂ ਮੁੰਡੇ ਬਹੁਤੀ ਵਾਰੀ ਆਪਣੀ ਗਾਇਕੀ ਅਤੇ ਆਪਣੀ ਮੌਸੀਕੀ ਦਾ ਮੁੱਢ ਇਸ ਮਕਸਦ ਉੱਤੇ ਨਹੀਂ ਰੱਖਦੇ ਭਈ ਉਹਨਾਂ ਦੀ ਗਾਇਕੀ ਅਤੇ ਮੌਸੀਕੀ ਆਸਮਾਨਾਂ ਉੱਤੇ ਸੁਣੀ ਜਾਵੇਗੀ ਅਤੇ ਅਖੀਰ ਵਿੱਚ ਉਹਨਾਂ ਨੂੰ ਕਾਦਰੇ ਮੁਤਲਕ ਦੇ ਪੁੱਤਰ ਯਿਸੂ ਮਸੀਹ ਦੀ ਅਦਾਲਤ ਵਿੱਚੋਂ ਹਮੇਸ਼ਾ ਦੀ ਹਯਾਤੀ ਦਾ ਤਾਜ ਨਸੀਬ ਹੋਵੇਗਾ। ਹੋਰ ਤਾਂ ਹੋਰ ਸਾਡੇ ਦੌਰ ਦੇ ਬਹੁਤ ਸਾਰੇ ਖਾਦਮ ਵੀ, ਬਹੁਤ ਸਾਰੇ ਮਨਾਦ ਵੀ,
ਬਹੁਤ ਸਾਰੇ ਮੁਬਸ਼ਰ ਵੀ ਅਤੇ ਬਹੁਤ ਸਾਰੇ ਮੁਬਲਗ ਵੀ ਬਹੁਤੀ ਵਾਰੀ ਆਪਣਿਆਂ ਪੈਗਾਮਾਂ ਦਾ ਮੁੱਢ ਇਸ ਮਕਸਦ ਉੱਤੇ ਨਹੀਂ ਰੱਖਦੇ ਭਈ ਉਹਨਾਂ ਦੇ ਪੈਗਾਮ ਆਸਮਾਨਾਂ ਉੱਤੇ ਸੁਣੇ ਜਾਣਗੇ ਅਤੇ ਅਖੀਰ ਵਿੱਚ ਉਹਨਾਂ ਨੂੰ ਕਾਦਰ ਮੁਤਲਕ ਦੇ ਪੁੱਤਰ ਯਿਸੂ ਮਸੀਹ ਦੀ ਅਦਾਲਤ ਵਿੱਚੋਂ ਹਮੇਸ਼ਾ ਦੀ ਹਯਾਤੀ ਦਾ ਤਾਜ ਨਸੀਬ ਹੋਵੇਗਾ। ਸਗੋਂ ਸਾਡੇ ਦੌਰ ਵਿੱਚ ਤਾਂ ਮਨਾਦੀ ਦਾ ਇੱਕ ਅਜਿਹਾ ਤਰੀਕਾ ਕਸਰਤ ਨਾਲ ਵੇਖਣ ਵਿੱਚ ਆਉਣ ਡਿਆ ਹੈ ਭਈ ਖੁਦਾ ਦੇ 5-7 ਖਾਦਮ ਇੱਕ ਥਾਂ ਉੱਤੇ ਇਕੱਠੇ ਹੋ ਕੇ ਬਹਿੰਦੇ ਨੇ ਅਤੇ ਖੁਦਾ ਦੇ ਜ਼ਿੰਦਗੀ ਬਖਸ਼ ਕਲਾਮ ਦੀ ਕਿਸੇ ਇੱਕ ਸਚਾਈ ਨੂੰ, ਕਿਸੇ ਇੱਕ ਹਕੀਕਤ ਨੂੰ, ਕਿਸੇ ਇੱਕ ਰਮਜ਼ ਨੂੰ ਅਤੇ ਕਿਸੇ ਇੱਕ ਰਾਜ਼ ਨੂੰ ਮੁੱਢ ਬਣਾ ਕੇ ਗੱਲਬਾਤ ਕਰਦੇ ਨੇ। ਹੁੰਦਾ ਇੰਜੇ ਭਈ ਉਹਨਾਂ ਵਿੱਚੋਂ ਇੱਕ ਖਾਦਮ ਗੱਲ ਕਰਦਾ ਹੈ ਅਤੇ ਉਹਦੀ ਗੱਲ ਵਿੱਚ ਭਾਵੇਂ ਕੋਈ ਰੂਹਾਨੀ ਸਦਾਕਤ ਹੋਵੇ ਭਾਵੇਂ ਨਾ ਹੋਵੇ, ਉਹਦੀ ਗੱਲ ਵਿੱਚ ਕੋਈ ਰੂਹਾਨੀ ਸਵਾਦ ਹੋਵੇ ਭਾਵੇਂ ਨਾ ਹੋਵੇ, ਉਹਦੀ ਗੱਲ ਵਿੱਚ ਕੋਈ ਰੂਹਾਨੀ ਮਜ਼ਾ ਹੋਵੇ ਭਾਵੇਂ ਨਾ ਹੋਵੇ, ਉਹਦੀ ਗੱਲ ਵਿੱਚ ਕੋਈ ਰੂਹਾਨੀ ਲਜ਼ਤ ਹੋਵੇ ਭਾਵੇਂ ਨਾ ਹੋਵੇ, ਉਹਦੀ ਗੱਲ ਵਿੱਚ ਕੋਈ ਰੂਹਾਨੀ ਚਾਸ਼ਨੀ ਹੋਵੇ ਭਾਵੇਂ ਨਾ ਹੋਵੇ, ਉਹਦੀ ਗੱਲ ਵਿੱਚ ਕੋਈ ਰੂਹਾਨੀ ਸ਼ਰੀਨੀ ਹੋਵੇ ਭਾਵੇਂ ਨਾ ਹੋਵੇ, ਦੂਜੇ ਸਾਥੀ ਹੈਲੇਲੂਇਆ ਆਖ ਕੇ ਉਹਦਾ ਹੌਸਲਾ ਵਧਾਉਂਦੇ ਨੇ ਅਤੇ ਇਸੇ ਤਰੀਕੇ ਨਾਲ ਵਾਰੀ-ਵਾਰੀ ਉਹ ਸਭੇ ਖਾਦਮ ਗੱਲ ਕਰਦੇ ਨੇ ਅਤੇ ਹੈਲੇਲੂਇਆ ਆਖ ਕੇ ਇੱਕ ਦੂਜੇ ਦੀ ਗੱਲ ਨੂੰ ਵਡਿਆਉਂਦੇ ਨੇ ਅਤੇ ਇਸੇ ਤਰੀਕੇ ਨਾਲ ਪੌਣੇ ਘੰਟੇ ਦਾ ਵੇਲਾ ਲੰਘ ਜਾਂਦਾ ਹੈ ਅਤੇ ਉਹ ਉੱਠ ਕੇ ਆਪਣੇ ਰਾਹ ਪੈਂਦੇ ਨੇ। ਪਰ ਜੇ ਕੋਈ ਭੋਰਾ ਜਿੰਨਾ ਵੀ ਰੂਹਾਨੀ ਸ਼ਾਉਰ ਰੱਖਣ ਵਾਲਾ ਈਮਾਨਦਾਰ ਉਹਨਾਂ ਦੀ ਗੱਲਬਾਤ ਸੁਣਨ ਡਿਆ ਹੋਵੇ ਤਾਂ ਉਹ ਵੇਖਦਾ ਹੀ ਰਹਿ ਜਾਂਦਾ ਹੈ ਭਈ ਉਹਨਾਂ ਦੀ ਗੱਲਬਾਤ ਦਾ ਮੁੱਢ ਕੀ ਸੀ ਅਤੇ ਉਹਨਾਂ ਦੀ ਗੱਲਬਾਤ ਦਾ ਅਖੀਰ ਕੀ ਸੀ ਅਤੇ ਉਹਨਾਂ ਦੀ ਸਾਰੀ ਗੱਲਬਾਤ ਵਿੱਚੋਂ ਆਸਮਾਨੀ ਬਾਪ ਨੂੰ ਕੀ ਜਲਾਲ ਮਿਲਿਆ, ਉਹਨਾਂ ਦੀ ਸਾਰੀ ਗੱਲਬਾਤ ਵਿੱਚੋਂ ਖੁਦਾਵੰਦ ਯਿਸੂ ਮਸੀਹ ਨੂੰ ਕੀ ਜਲਾਲ ਮਿਲਿਆ ਅਤੇ ਉਹਨਾਂ ਦੀ ਸਾਰੀ ਗੱਲਬਾਤ ਵਿੱਚੋਂ ਸੁਣਨ ਵਾਲਿਆਂ ਅਤੇ ਵੇਖਣ ਵਾਲਿਆਂ ਈਮਾਨਦਾਰਾਂ ਅਤੇ ਰਾਸਤਬਾਜ਼ਾਂ ਨੂੰ ਕਿਹੜੇ ਹਵਾਲੇ ਨਾਲ ਬਰਕਤ ਮਿਲੀ, ਕਿਹੜੇ ਹਵਾਲੇ ਨਾਲ ਤਰੱਕੀ ਮਿਲੀ ਅਤੇ ਕਿਹੜੇ ਹਵਾਲੇ ਨਾਲ ਈਮਾਨੀ ਵਾਧਾ ਮਿਲਿਆ। ਅਖੀਰ ਉਹ ਆਪਣਾ ਸਿਰ ਫੜ ਕੇ ਬਹਿ ਜਾਂਦਾ ਹੈ ਅਤੇ ਆਖਣ ਤੇ ਮਜਬੂਰ ਹੋ ਜਾਂਦਾ ਹੈ ਭਈ ਮਾਵਾਂ ਧੀਆਂ ਦਰਿਆ ਰਿੱਧਾ ਮਿੱਠਾ ਭੈਣਾ ਮਿੱਠਾ। ਅਤੇ ਜੇ ਕਿਸੇ ਨੂੰ ਪੁੱਛ ਲਵੀਏ ਭਈ ਇਹ ਸਭ ਕੁਝ ਕੀ ਹੋਣ ਡਿਆ ਹੈ ਤਾਂ ਦੱਸਣ ਵਾਲੇ ਬੜੇ ਤਰੀਕੇ ਨਾਲ, ਬੜੇ ਸਲੀਕੇ ਨਾਲ, ਬੜੇ ਕਰੀਨੇ ਨਾਲ ਅਤੇ ਬੜੇ ਵਸੂਕ ਨਾਲ ਦੱਸਦੇ ਨੇ ਭਈ ਇਹ ਇਨਸਾਨੀ ਰੂਹਾਂ ਨੂੰ ਜਿੱਤ ਕੇ ਖੁਦਾਵੰਦ ਯਿਸੂ ਮਸੀਹ ਦੇ ਕੋਲ ਲਿਆਉਣ ਦਾ ਤਰੀਕਾ ਹੈ। ਨਹੀਂ ਭਾਈ, ਸੱਚੀ ਗੱਲ ਤਾਂ ਇਹ ਹੈ ਭਈ ਇਹ ਸਾਰੇ ਦਾ ਸਾਰਾ ਮਾਮਲਾ ਗੱਲੀ ਮੈਂ ਵੱਡੀ ਕਰਤੂਤੀ ਮੇਰੀ ਮਾਂ ਵਾਲਾ ਮਾਮਲਾ ਹੈ, ਜਿਹਦੇ ਵਿੱਚ ਨਾ ਕੁਝ ਖੁਦਾ ਦਾ ਫਾਇਦਾ ਹੈ ਅਤੇ ਨਾ ਕੁਝ ਸ਼ੈਤਾਨ ਦਾ ਨੁਕਸਾਨ ਹੈ। ਸਗੋਂ ਇਹ ਸਿਰਫ ਆਪਣਾ ਵੇਲਾ ਟਪਾਉਣ ਦੇ ਢੰਗ ਨੇ ਅਤੇ ਆਪਣੇ ਪ੍ਰੋਗਰਾਮ ਚਲਾਉਣ ਦੇ ਢੰਗ ਨੇ, ਰੂਹਾਂ ਨੂੰ ਜਿੱਤ ਕੇ ਖੁਦਾਵੰਦ ਯਿਸੂ ਮਸੀਹ ਦੇ ਕੋਲ ਲਿਆਉਣ ਦੇ ਤਰੀਕੇ ਨਹੀਂ। ਇਸ ਹਕੀਕਤ ਨੂੰ ਪੂਰੇ ਤੌਰ ਤੇ ਸਮਝਣ ਵਾਸਤੇ ਆਓ ਅੱਜ ਦੀ ਤਮਸੀਲ ਸੁਣਦੇ ਹਾਂ। ਇੱਕ ਵਾਰੀ ਦੀ ਗੱਲ ਹੈ ਭਈ ਦੋ ਬੰਦੇ ਰੇਲ ਗੱਡੀ ਵਿੱਚ ਬਹਿ ਕੇ ਲਾਹੌਰ ਸ਼ਹਿਰ ਤੋਂ ਕਰਾਚੀ ਸ਼ਹਿਰ ਤੀਕ ਦਾ ਸਫ਼ਰ ਕਰਨ ਡਏ ਸਨ। ਉਹਨਾਂ ਵਿੱਚੋਂ ਇੱਕ ਤਾਂ 60-65 ਵਰਿਆਂ ਦਾ ਵੱਡ ਵਡੇਰਾ ਸੀ ਅਤੇ ਦੂਜਾ 25-30 ਸਾਲਾਂ ਦਾ ਨੌਜਵਾਨ ਸੀ। ਜਦੋਂ ਰੇਲ ਗੱਡੀ ਸਾਹੀਵਾਲ ਦੇ ਸਟੇਸ਼ਨ ਤੋਂ ਅਗਾਂਹ ਟੱਪੀ ਤਾਂ ਉਹ ਵੱਡ ਵਡੇਰਾ ਉਸ ਮੁੰਡੇ ਨਾਲ ਮੁਖਾਤਬ ਹੋਇਆ ਅਤੇ ਆਖਣ ਲੱਗਾ ਭਈ ਪੁੱਤਰਾ ਤੇਰੇ ਕੋਲ ਸਿਗਰਟ ਹੈ ਨੇ? ਜੇ ਹੈ ਨੇ ਤੇ ਮੇਰਾ ਸੋਹਣਾ ਪੁੱਤਰ ਇੱਕ ਸਿਗਰਟ ਲਾ ਕੇ ਮੈਨੂੰ ਦੇ ਯਾਰਾ, ਮੇਰਾ ਤਾਂ ਨਸ਼ਾ ਟੁੱਟਣ ਡਿਆ ਏ, ਮੈਂ 2-4 ਕਸ਼ ਲਾਵਾਂ ਤਾਂ ਜੋ ਮੈਨੂੰ ਰੇਲ ਗੱਡੀ ਦਾ ਸਫ਼ਰ ਕਰਨ ਦਾ ਸਵਾਦ ਤਾਂ ਆਵੇ। ਲਓ ਜੀ, ਮੁੰਡੇ ਨੇ ਝਟਪਟ ਆਪਣੇ ਬੋਝੇ ਵਿੱਚ ਹੱਥ ਪਾਇਆ
ਅਤੇ ਆਪਣੇ ਬੋਝੇ ਵਿੱਚੋਂ ਸਿਗਰਟ ਦਾ ਪੈਕਟ ਕੱਢਿਆ ਅਤੇ ਉਸ ਪੈਕਟ ਵਿੱਚੋਂ ਇੱਕ ਸਿਗਰਟ ਕੱਢਿਆ ਅਤੇ ਛੇਤੀ ਨਾਲ ਤੀਲੀ ਪਖਾਈ ਅਤੇ ਸਿਗਰਟ ਲਾ ਕੇ ਉਸ ਵੱਡ ਵਡੇਰੇ ਵੱਲ ਵਧਾਉਂਦਿਆਂ ਹੋਇਆਂ ਆਖਿਆ, ਲਓ ਬਾਬਾ ਜੀ ਸਿਗਰਟ ਪੀਓ ਅਤੇ ਸਵਾਦ ਲਵੋ। ਲਓ ਜੀ, ਉਸ ਵੱਡ ਵਡੇਰੇ ਨੇ ਕਾਲੀ ਕਾਲੀ ਅਤੇ ਛੇਤੀ ਛੇਤੀ ਸਿਗਰਟ ਦੇ 5-7 ਕਸ਼ ਆਪਣੇ ਅੰਦਰ ਲਏ ਅਤੇ ਪੂਰੇ ਮਜ਼ੇ ਵਿੱਚ ਆ ਕੇ ਫਿਰ ਉਸ ਮੁੰਡੇ ਨਾਲ ਮੁਖਾਤਬ ਹੋਇਆ ਅਤੇ ਆਖਣ ਲੱਗਾ, ਭਈ ਪੁੱਤਰਾ ਤੂੰ ਜਾਣਾ ਕਿੱਥੇ ਵੇ? ਉਸ ਮੁੰਡੇ ਨੇ ਝਟਪਟ ਜਵਾਬ ਦਿੱਤਾ, ਭਈ ਬਾਬਾ ਜੀ ਮੈਂ ਕਰਾਚੀ ਜਾਣਾ ਹੈ। ਅਤੇ ਤੁਸਾਂ ਕਿੱਥੇ ਜਾਣਾ ਹੈ? ਬਾਬਾ ਜੀ ਨੇ ਜਵਾਬ ਦਿੱਤਾ, ਭਈ ਜਾਣਾ ਤਾਂ ਮੈਂ ਵੀ ਕਰਾਚੀ ਏ। ਇੰਨੀ ਗੱਲ ਆਖ ਕੇ ਬਾਬਾ ਇੱਕ ਵਾਰੀ ਫੇਰ ਸਿਗਰਟ ਦਾ ਸਵਾਦ ਲੈਣ ਲੱਗ ਪਿਆ। ਜਦੋਂ ਅੱਧੇ ਘੰਟੇ ਪੌਣੇ ਘੰਟੇ ਦਾ ਵੇਲਾ ਲੰਘਿਆ ਤਾਂ ਬਾਬਾ ਇੱਕ ਵਾਰੀ ਫੇਰ ਉਸ ਮੁੰਡੇ ਨਾਲ ਮੁਖਾਤਬ ਹੋਇਆ ਅਤੇ ਆਖਣ ਲੱਗਾ, ਭਈ ਪੁੱਤਰਾ ਤੂੰ ਇਹ ਗੱਲ ਤਾਂ ਦੱਸੀ ਹੀ ਨਹੀਂ, ਭਈ ਤੂੰ ਕਰਾਚੀ ਸ਼ਹਿਰ ਦੇ ਕਿਹੜੇ ਮਹੱਲੇ ਵਿੱਚ ਜਾਣਾ ਹੈ? ਉਸ ਮੁੰਡੇ ਨੇ ਬੜੇ ਸਵਾਦਲੇ ਅੰਦਾਜ਼ ਵਿੱਚ ਦੱਸਿਆ, ਭਈ ਬਾਬਾ ਜੀ ਮੈਂ ਕਰਾਚੀ ਸ਼ਹਿਰ ਦੇ ਕਾਜ਼ੀਆ ਆਬਾਦ ਮੁਹੱਲੇ ਵਿੱਚ ਜਾਣਾ ਹੈ। ਪਰ ਤੁਸਾਂ ਕਿਹੜੇ ਮੁਹੱਲੇ ਵਿੱਚ ਜਾਣਾ ਹੈ? ਬਾਬਾ ਜੀ ਨੇ ਨਿੰਮਾ ਜਿਹਾ ਗੁਟਕਦਿਆਂ ਹੋਇਆਂ ਦੱਸਿਆ, ਭਈ ਜਾਣਾ ਤਾਂ ਮੈਂ ਵੀ ਕਰਾਚੀ ਦੇ ਕਾਜ਼ੀਆ ਆਬਾਦ ਮੁਹੱਲੇ ਵਿੱਚ ਹੀ ਏ। ਇੰਨੀ ਗੱਲ ਆਖ ਕੇ ਉਹ ਤਾਂ ਇੱਕ ਵਾਰੀ ਫੇਰ ਚੁੱਪ ਦੀ ਚਾਦਰ ਤਾਣ ਕੇ ਬਹਿ ਗਏ। ਪਰ ਉਹਨਾਂ ਦੇ ਦਰਮਿਆਨ ਹੋਣ ਵਾਲੀ ਇਹ ਸਾਰੀ ਗੱਲਬਾਤ ਆਲ ਦੁਆਲੇ ਬੈਠੀਆਂ ਹੋਈਆਂ ਸਭੇ ਸਵਾਰੀਆਂ ਚੁੱਪਚਾਪ ਬੜੇ ਧਿਆਨ ਨਾਲ ਸੁਣਨ ਡਈਆਂ ਸਨ। ਜਦੋਂ 20-25 ਮਿੰਟਾਂ ਦਾ ਵੇਲਾ ਹੋਰ ਅਗਾਂਹ ਲੰਘਿਆ ਤਾਂ ਉਹ ਵੱਡ ਵਡੇਰਾ ਇੱਕ ਵਾਰੀ ਫੇਰ ਉਸ ਮੁੰਡੇ ਨਾਲ ਮੁਖਾਤਬ ਹੋਇਆ ਅਤੇ ਆਖਣ ਲੱਗਾ, ਭਈ ਪੁੱਤਰਾ ਤੂੰ ਇਹ ਤਾਂ ਗੱਲ ਦੱਸ ਦਿੱਤੀ ਏ ਭਈ ਤੂੰ ਕਰਾਚੀ ਸ਼ਹਿਰ ਦੇ ਕਾਜ਼ੀਆ ਆਬਾਦ ਮੁਹੱਲੇ ਵਿੱਚ ਜਾਣਾ ਹੈ, ਪਰ ਕੀ ਤੂੰ ਇਹ ਦੱਸਣਾ ਪਸੰਦ ਕਰੇਗਾ ਭਈ ਤੂੰ ਕਾਜ਼ੀਆ ਆਬਾਦ ਦੇ ਮੁਹੱਲੇ ਦੀ ਕਿਹੜੀ ਗਲੀ ਵਿੱਚ ਜਾਣਾ ਹੈ? ਉਸ ਮੁੰਡੇ ਨੇ ਬੜੇ ਸਵਾਦਲੇ ਅੰਦਾਜ਼ ਵਿੱਚ ਦੱਸਿਆ, ਭਈ ਬਾਬਾ ਜੀ ਮੈਂ ਤਾਂ ਕਾਜ਼ੀਆ ਆਬਾਦ ਮੁਹੱਲੇ ਦੀ 7 ਨੰਬਰ ਗਲੀ ਵਿੱਚ ਜਾਣਾ ਹੈ। ਅਤੇ ਤੁਸਾਂ? ਬਾਬਾ ਜੀ ਨੇ ਝਟ ਆਖਿਆ, ਬਈ ਜਾਣਾ ਤਾਂ ਮੈਂ ਵੀ ਕਾਜ਼ੀਆ ਆਬਾਦ ਮੁਹੱਲੇ ਦੀ ਗਲੀ ਨੰਬਰ 7 ਵਿੱਚ। ਅਤੇ ਇੰਨੀ ਗੱਲ ਤੋਂ ਬਾਅਦ ਨਾ ਕੁਝ ਬਾਬਾ ਜੀ ਨੇ ਪੁੱਛਿਆ ਅਤੇ ਨਾ ਕੁਝ ਮੁੰਡੇ ਨੇ ਦੱਸਿਆ। ਜਦੋਂ ਘੰਟੇ ਸਵਾ ਘੰਟੇ ਦਾ ਵੇਲਾ ਹੋਰ ਅਗਾਂਹ ਲੰਘਿਆ ਤਾਂ ਉਹ ਬਾਬਾ ਇੱਕ ਵਾਰੀ ਗੁਟਕਦਿਆਂ ਹੋਇਆਂ ਫੇਰ ਬੋਲਿਆ ਅਤੇ ਆਖਣ ਲੱਗਾ, ਪੁੱਤਰਾ ਯਾਰ ਇਹ ਵੀ ਦੱਸ ਦੇ ਕਿ ਤੂੰ ਕਰਾਚੀ ਸ਼ਹਿਰ ਦੇ ਕਾਜ਼ੀਆ ਆਬਾਦ ਮੁਹੱਲੇ ਦੀ ਗਲੀ ਨੰਬਰ 7 ਦੇ ਕਿੰਨੇ ਨੰਬਰ ਮਕਾਨ ਵਿੱਚ ਜਾਣਾ ਹੈ? ਉਸ ਮੁੰਡੇ ਨੇ ਕੋਈ ਆਰ ਕੀਤਿਓਂ ਬਗੈਰ ਬੜੀ ਛੇਤੀ ਨਾਲ ਦੱਸਿਆ, ਭਈ ਬਾਬਾ ਜੀ ਮੈਂ ਤਾਂ ਗਲੀ ਨੰਬਰ 7 ਦੇ ਮਕਾਨ ਨੰਬਰ 24 ਵਿੱਚ ਜਾਣਾ ਹੈ। ਅਤੇ ਤੁਸਾਂ? ਬਾਬਾ ਜੀ ਬੋਲੇ, ਭਈ ਜਾਣਾ ਤਾਂ ਮੈਂ ਵੀ ਗਲੀ ਨੰਬਰ 7 ਦੇ ਮਕਾਨ ਨੰਬਰ 24 ਵਿੱਚ ਹੀ ਏ। ਬਾਬਾ ਜੀ ਦੇ ਮੂੰਹ ਵਿੱਚੋਂ ਇੰਨੀ ਗੱਲ ਨਿਕਲਣ ਦੀ ਦੇਰ ਸੀ ਭਈ ਕੋਲ ਬੈਠੇ ਇੱਕ ਅਧੇੜ ਉਮਰ ਦੇ ਬੰਦੇ ਨੇ ਬੜੇ ਵਸੀਲੇ ਅਤੇ ਡਿੰਗ ਪੜਿੰਗੇ ਅੰਦਾਜ਼ ਵਿੱਚ ਮੂੰਹ ਮਰੋੜਦਿਆਂ ਹੋਇਆਂ ਆਖਿਆ, ਭਈ ਹੱਦ ਮੁੱਕ ਗਈ ਏ ਤੁਹਾਡੀ ਦੋਹਾਂ ਦੀ। ਤੁਸਾਂ ਦੋਹਾਂ ਨੇ ਇੱਕੋ ਸ਼ਹਿਰ ਵਿੱਚ ਜਾਣਾ ਹੈ, ਤੁਸਾਂ ਦੋਹਾਂ ਨੇ ਇੱਕੋ ਮੁਹੱਲੇ ਵਿੱਚ ਜਾਣਾ ਹੈ, ਤੁਸਾਂ ਦੋਹਾਂ ਨੇ ਇੱਕੋ ਗਲੀ ਵਿੱਚ ਜਾਣਾ ਹੈ, ਸਗੋਂ ਤੁਸਾਂ ਦੋਹਾਂ ਨੇ ਇੱਕੋ ਮਕਾਨ ਵਿੱਚ ਜਾਣਾ ਹੈ ਅਤੇ ਤੁਸੀਂ ਇੱਕ ਦੂਜੇ ਨੂੰ ਜਾਣਦੇ ਨਹੀਂ। ਬਾਬਾ ਜੀ ਝਟ ਕਰਕੇ ਉਸ ਅਧੇੜ ਉਮਰ ਦੇ ਅੰਦਾਜ਼ ਵਿੱਚ ਹੀ ਬੋਲੇ ਅਤੇ ਆਖਣ ਲੱਗੇ, ਭਈ ਭਾਈ ਤੂੰ ਬਹੁਤਾ ਸਿਆਣਾ ਨਾ ਬਣ, ਸਾਨੂੰ ਇਸ ਗੱਲ ਦਾ ਪਤਾ ਹੈ ਭਈ ਅਸਾਂ ਦੋਹਾਂ ਨੇ ਇੱਕੋ ਸ਼ਹਿਰ ਵਿੱਚ ਹੀ ਜਾਣਾ ਹੈ, ਅਸਾਂ ਦੋਹਾਂ ਨੇ ਇੱਕੋ ਮੁਹੱਲੇ ਵਿੱਚ ਹੀ ਜਾਣਾ ਹੈ, ਅਸਾਂ ਦੋਹਾਂ ਨੇ ਇੱਕੋ ਗਲੀ ਵਿੱਚ ਹੀ ਜਾਣਾ ਹੈ, ਅਸਾਂ ਦੋਹਾਂ ਨੇ ਇੱਕੋ ਮਕਾਨ ਵਿੱਚ ਹੀ ਜਾਣਾ ਹੈ।
ਅਸੀਂ ਤਾਂ ਆਪਣਾ ਪੰਧ ਪੂਰਾ ਕਰਨ ਡਏ ਹਾਂ, ਅਸੀਂ ਤਾਂ ਆਪਣਾ ਪੈਂਡਾ ਪੂਰਾ ਕਰਨ ਡਏ ਹਾਂ, ਅਸੀਂ ਤਾਂ ਆਪਣਾ ਸਫ਼ਰ ਪੂਰਾ ਕਰਨ ਡਏ ਹਾਂ ਅਤੇ ਅਸੀਂ ਤਾਂ ਆਪਣਾ ਵੇਲਾ ਪੂਰਾ ਕਰਨ ਡਏ ਹਾਂ। ਨਹੀਂ ਤਾਂ ਹਕੀਕਤ ਵਿੱਚ ਤਾਂ ਅਸੀਂ ਆਪੋ ਵਿੱਚ ਦੋਵੇਂ ਪਿਓ ਪੁੱਤਰ ਹਾਂ। ਬਾਬਾ ਜੀ ਦੀ ਇਹ ਗੱਲ ਸੁਣਦਿਆਂ ਸਾਰ ਹੀ ਆਲ ਦੁਆਲੇ ਬੈਠੀਆਂ ਹੋਈਆਂ ਸਭੇ ਸਵਾਰੀਆਂ ਖਿੜਖਿੜ ਹੱਸ ਪਈਆਂ। ਭੈਣੋ ਤੇ ਭਰਾਓ, ਬੁਰਾ ਮੰਨਣ ਵਾਲੀ ਗੱਲ ਨਹੀਂ। ਸਾਡੇ ਦੌਰ ਵਿੱਚ ਮਨਾਦੀ ਦਾ ਵੀ ਕੁਝ ਇਹੋ ਜਿਹਾ ਹੀ ਹਾਲ ਹੈ। ਸਾਡੇ ਦੌਰ ਵਿੱਚ ਸਤਾਇਸ਼ ਦਾ ਵੀ ਕੁਝ ਇਹੋ ਜਿਹਾ ਹੀ ਹਾਲ ਹੈ। ਸਾਡੇ ਦੌਰ ਵਿੱਚ ਬੰਦਗੀ ਦਾ ਵੀ ਕੁਝ ਇਹੋ ਜਿਹਾ ਹੀ ਹਾਲ ਹੈ। ਸਾਡੇ ਦੌਰ ਵਿੱਚ ਇਬਾਦਤ ਦਾ ਵੀ ਕੁਝ ਇਹੋ ਜਿਹਾ ਹੀ ਹਾਲ ਹੈ। ਸਾਡੇ ਦੌਰ ਵਿੱਚ ਦੀਨਦਾਰੀ ਦਾ ਵੀ ਕੁਝ ਇਹੋ ਜਿਹਾ ਹੀ ਹਾਲ ਹੈ। ਸਾਡੇ ਦੌਰ ਵਿੱਚ ਨੇਕੋਕਾਰੀ ਦਾ ਵੀ ਕੁਝ ਇਹੋ ਜਿਹਾ ਹੀ ਹਾਲ ਹੈ। ਸਾਡੇ ਵਿੱਚੋਂ ਬਹੁਤ ਸਾਰੇ ਰਾਸਤਬਾਜ਼, ਸਾਡੇ ਵਿੱਚੋਂ ਬਹੁਤ ਸਾਰੇ ਈਮਾਨਦਾਰ ਅਤੇ ਸਾਡੇ ਵਿੱਚੋਂ ਬਹੁਤ ਸਾਰੇ ਨੇਕੋਕਾਰ ਬਹੁਤੀ ਵਾਰੀ ਆਪਣਾ ਪੰਧ ਪੂਰਾ ਕਰਦੇ ਨੇ, ਬਹੁਤੀ ਵਾਰੀ ਆਪਣਾ ਪੈਂਡਾ ਪੂਰਾ ਕਰਦੇ ਨੇ, ਬਹੁਤੀ ਵਾਰੀ ਆਪਣਾ ਸਫ਼ਰ ਪੂਰਾ ਕਰਦੇ ਨੇ ਅਤੇ ਬਹੁਤੀ ਵਾਰੀ ਆਪਣਾ ਵੇਲਾ ਪੂਰਾ ਕਰਦੇ ਨੇ। ਅਤੇ ਨਤੀਜੇ ਦੇ ਤੌਰ ਤੇ ਸਾਡੇ ਦੌਰ ਵਿੱਚ ਉਸ ਕਦੂਸ ਅਤੇ ਬਰਹਕ ਆਸਮਾਨੀ ਬਾਪ ਦਾ ਨਾਂ ਬਹੁਤ ਸਾਰਿਆਂ ਤਰੀਕਿਆਂ ਨਾਲ ਬੇਫਾਇਦਾ ਲਿਆ ਜਾਣ ਡਿਆ ਹੈ ਅਤੇ ਲੈਣ ਵਾਲੇ ਇਹ ਨਹੀਂ ਜਾਣਦੇ ਭਈ ਕਾਦਰੇ ਮੁਤਲਕ ਆਸਮਾਨੀ ਬਾਪ ਦਾ ਨਾਂ ਬੇਫਾਇਦਾ ਲੈਣਾ ਕਿੱਡਾ ਵੱਡਾ ਗੁਨਾਹ ਹੈ। ਤੁਸੀਂ ਜਾਣਦੇ ਹੋ ਕਿ ਜਦੋਂ ਬਾਈਬਲ ਦੇ ਜ਼ਿੰਦਾ ਖੁਦਾ ਨੇ, ਬਾਈਬਲ ਦੇ ਹਕੀਕੀ ਖੁਦਾ ਨੇ, ਬਾਈਬਲ ਦੇ ਹਤਮੀ ਖੁਦਾ ਨੇ, ਬਾਈਬਲ ਦੇ ਲਾ ਤਬਦੀਲ ਖੁਦਾ ਨੇ ਅਤੇ ਬਾਈਬਲ ਦੇ ਹਮੇਸ਼ਾ ਤੀਕ ਕਾਇਮ ਅਤੇ ਦਾਇਮ ਰਹਿਣ ਵਾਲੇ ਖੁਦਾ ਨੇ ਮਰਦੇ ਖੁਦਾ ਮੂਸਾ ਦੀ ਮਾਰਫਤ ਸਾਰੀ ਇਨਸਾਨੀ ਨਸਲ ਨੂੰ ਬਿਲ ਅਮੂਮ ਅਤੇ ਬਨੀ ਇਸਰਾਈਲ ਕੌਮ ਨੂੰ ਬਿਲ ਖਸੂਸ ਆਪਣੀ ਸਾਰੀ ਦੀ ਸਾਰੀ ਸ਼ਰੀਅਤ ਦਾ ਨਿਚੋੜ 10 ਹੁਕਮਾਂ ਦੀ ਸੂਰਤ ਵਿੱਚ ਦਿੱਤਾ, ਤਾਂ ਉਹਨਾਂ 10 ਹੁਕਮਾਂ ਵਿੱਚੋਂ ਇੱਕ ਖਾਸੁਲ ਖਾਸ ਹੁਕਮ ਖਰੂਜ ਦੀ ਕਿਤਾਬ ਦੇ 20ਵੇਂ ਬਾਬ ਦੀ 7ਵੀਂ ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ ਭਈ ਤੂੰ ਖੁਦਾਵੰਦ ਆਪਣੇ ਖੁਦਾ ਦਾ ਨਾਂ ਬੇਫਾਇਦਾ ਨਾ ਲਵੀ, ਕਿਉਂ ਜੇ ਜਿਹੜਾ ਕੋਈ ਉਹਦਾ ਨਾਂ ਬੇਫਾਇਦਾ ਲਵੇਗਾ ਖੁਦਾਵੰਦ ਖੁਦਾ ਉਹਨੂੰ ਬੇਗੁਨਾਹ ਨਾ ਠਹਿਰਾਵੇਗਾ। ਜਦੋਂ ਉਸ ਕਦੂਸ ਅਤੇ ਬਰਹਕ ਦਾ ਨਾਂ ਬੇਫਾਇਦਾ ਲੈਣ ਦਾ ਰਿਵਾਜ ਬਨੀ ਇਸਰਾਈਲ ਕੌਮ ਵਿੱਚ ਆਮ ਹੋ ਗਿਆ ਤਾਂ ਕਾਦਰੇ ਮੁਤਲਕ ਦੇ ਰੂਹ ਨੂੰ ਇਨਸਾਨੀ ਮੁਹਾਂਦਰਾ ਲੈ ਕੇ ਧਰਤੀ ਉੱਤੇ ਉਤਰਨਾ ਪਿਆ ਅਤੇ ਉਹਨੇ ਉਹਨਾਂ ਲੋਕਾਂ ਨੂੰ ਮੁਖਾਤਬ ਕਰਕੇ ਖਰਿਆਂ ਅੱਖਰਾਂ ਵਿੱਚ ਆਖਿਆ ਭਈ ਐ ਰਿਆ ਕਰੋ, ਯਸਾਇਆ ਨਬੀ ਨੇ ਤੁਹਾਡੇ ਹੱਕ ਵਿੱਚ ਕੀ ਖੂਬ ਨਬੂਵਤ ਕੀਤੀ ਏ ਭਈ ਇਹ ਉਮਤ ਜ਼ੁਬਾਨੀ ਕਲਾਮੀ ਤਾਂ ਮੇਰੀ ਇੱਜ਼ਤ ਕਰਦੀ ਏ ਪਰ ਇਹਨਾਂ ਦੇ ਦਿਲ ਮੇਥੋਂ ਢੇਰ ਦੂਰ ਨੇ, ਇਹ ਬੇਫਾਇਦਾ ਮੇਰੀ ਪਰਸਤਸ਼ ਕਰਦੇ ਨੇ ਕਿਉਂ ਜੇ ਇਨਸਾਨੀ ਹੁਕਮਾਂ ਦੀ ਤਾਲੀਮ ਦਿੰਦੇ ਨੇ। ਮੱਤੀ ਰਸੂਲ ਦੀ ਮਾਰਫਤ ਮਸੀਹ ਖੁਦਾਵੰਦ ਦੀ ਉੱਚੀ ਅਤੇ ਸੁੱਚੀ ਅੰਜੀਲ ਦੇ 15ਵੇਂ ਬਾਬ ਦੀ 7ਵੀਂ ਆਇਤ ਤੋਂ ਲੈ ਕੇ 9ਵੀਂ ਆਇਤ ਤੀਕ ਦਾ ਹਵਾਲਾ ਮੈਂ ਤੁਹਾਡੇ ਸਾਹਮਣੇ ਤਲਾਵਤ ਕੀਤਾ ਹੈ। ਭੈਣੋ ਤੇ ਭਰਾਓ, ਸਾਨੂੰ ਕਰਨਾ ਕੀ ਚਾਹੀਦਾ ਹੈ? ਸਾਨੂੰ ਆਪਣੇ ਆਸਮਾਨੀ ਬਾਪ ਦਾ ਸੋਹਣਾ ਉੱਚਾ ਸੁੱਚਾ ਅਤੇ ਕਦੂਸ ਨਾਂ ਕਿਸੇ ਸੂਰਤ ਵਿੱਚ ਵੀ ਬੇਫਾਇਦਾ ਨਹੀਂ ਲੈਣਾ ਚਾਹੀਦਾ, ਨਹੀਂ ਤਾਂ ਅਸੀਂ ਵੀ ਉਸ ਕੌਮ ਵਾਂਗੂ ਮੁਜਰਮ ਠਹਿਰਾਏ ਜਾਵਾਂਗੇ ਅਤੇ ਉਹ ਆਖੇਗਾ ਭਈ ਐ ਰਿਆ ਕਰੋ, ਤੁਸੀਂ ਜ਼ੁਬਾਨੀ ਕਲਾਮੀ ਮੇਰੀ ਸਿਤਾਇਸ਼ ਅਤੇ ਮੇਰੀ ਬੰਦਗੀ ਕਰਦੇ ਹੋ ਪਰ ਤੁਹਾਡੇ ਦਿਲ ਮੈਥੋਂ ਦੂਰ ਨੇ। ਸਾਨੂੰ ਕਰਨਾ ਇੰਜ ਚਾਹੀਦਾ ਹੈ ਭਈ ਜੇ ਅਸੀਂ ਉਸ ਕਦੂਸ ਅਤੇ ਬਰਹਕ ਦੀ ਬੰਦਗੀ ਕਰੀਏ ਤਾਂ ਦਿਲੋਂ ਜਾਨੋਂ ਕਰੀਏ, ਉਹਦੀ ਪ੍ਰਸਤਸ਼ ਕਰੀਏ ਤਾਂ ਦਿਲੋਂ ਜਾਨੋਂ ਕਰੀਏ, ਉਹਦੀ ਪੂਜਾ ਕਰੀਏ
ਤਾਂ ਦਿਲੋਂ ਜਾਨੋਂ ਕਰੀਏ, ਉਹਦੀ ਤਾਰੀਫ ਕਰੀਏ ਤਾਂ ਦਿਲੋਂ ਜਾਨੋਂ ਕਰੀਏ, ਉਹਦੀ ਤਮਜੀਦ ਕਰੀਏ ਤਾਂ ਦਿਲੋਂ ਜਾਨੋਂ ਕਰੀਏ, ਉਹਦੀ ਸਿਤਾਇਸ਼ ਕਰੀਏ ਤਾਂ ਦਿਲੋਂ ਜਾਨੋਂ ਕਰੀਏ, ਉਹਦੀ ਤਾਜ਼ੀਮ ਕਰੀਏ ਤਾਂ ਦਿਲੋਂ ਜਾਨੋਂ ਕਰੀਏ, ਉਹਦੀ ਵਡਿਆਈ ਕਰੀਏ ਤਾਂ ਦਿਲੋਂ ਜਾਨੋਂ ਕਰੀਏ, ਉਹਦੀ ਮਹਿਮਾ ਕਰੀਏ ਤਾਂ ਦਿਲੋਂ ਜਾਨੋਂ ਕਰੀਏ, ਉਹਦੀ ਉਸਤਤ ਕਰੀਏ ਤਾਂ ਦਿਲੋਂ ਜਾਨੋਂ ਕਰੀਏ। ਮੁਖਤਸਰ ਇਹ ਭਈ ਸਾਡੇ ਇੱਕ ਇੱਕ ਕੰਮਕਾਰ ਵਿੱਚੋਂ ਸੱਚੀ ਮੁੱਚੀ ਉਸ ਕਦੂਸ ਅਤੇ ਬਰਹਕ ਨੂੰ ਜਲਾਲ ਮਿਲਣਾ ਚਾਹੀਦਾ ਹੈ। ਸਾਡੀ ਨੇਕੋਕਾਰੀ ਜ਼ਾਹਰੀ ਨੇਕੋਕਾਰੀ ਨਹੀਂ ਹੋਣੀ ਚਾਹੀਦੀ, ਸਾਡੀ ਰਾਸਤਕਾਰੀ ਜ਼ਾਹਰੀ ਰਾਸਤਕਾਰੀ ਨਹੀਂ ਹੋਣੀ ਚਾਹੀਦੀ, ਸਾਡੀ ਈਮਾਨਦਾਰੀ ਜ਼ਾਹਰੀ ਈਮਾਨਦਾਰੀ ਨਹੀਂ ਹੋਣੀ ਚਾਹੀਦੀ, ਸਾਡੀ ਦੀਨਦਾਰੀ ਜ਼ਾਹਰੀ ਦੀਨਦਾਰੀ ਨਹੀਂ ਹੋਣੀ ਚਾਹੀਦੀ, ਸਾਡੀ ਪਰਹੇਜ਼ਗਾਰੀ ਜ਼ਾਹਰੀ ਪਰਹੇਜ਼ਗਾਰੀ ਨਹੀਂ ਹੋਣੀ ਚਾਹੀਦੀ, ਸਾਡੀ ਦਿਆਨਤਦਾਰੀ ਜ਼ਾਹਰੀ ਦਿਆਨਤਦਾਰੀ ਨਹੀਂ ਹੋਣੀ ਚਾਹੀਦੀ, ਸਾਡੀ ਵਫਾਦਾਰੀ ਜ਼ਾਹਰੀ ਵਫਾਦਾਰੀ ਨਹੀਂ ਹੋਣੀ ਚਾਹੀਦੀ, ਸਾਡੀ ਤਾਬਿਆਦਾਰੀ ਜ਼ਾਹਰੀ ਤਾਬਿਆਦਾਰੀ ਨਹੀਂ ਹੋਣੀ ਚਾਹੀਦੀ, ਸਾਡੀ ਫਰਮਾ ਬਰਦਾਰੀ ਜ਼ਾਹਰੀ ਫਰਮਾ ਬਰਦਾਰੀ ਨਹੀਂ ਹੋਣੀ ਚਾਹੀਦੀ, ਸਾਡੀ ਇਨਕਸਾਰੀ ਜ਼ਾਹਰੀ ਇਨਕਸਾਰੀ ਨਹੀਂ ਹੋਣੀ ਚਾਹੀਦੀ, ਸਾਡੀ ਜਾਨਿਸਾਰੀ ਜ਼ਾਹਰੀ ਜਾਨਿਸਾਰੀ ਨਹੀਂ ਹੋਣੀ ਚਾਹੀਦੀ, ਸਾਡੀ ਖੁਦਾ ਸ਼ਨਾਸੀ ਜ਼ਾਹਰੀ ਖੁਦਾ ਸ਼ਨਾਸੀ ਨਹੀਂ ਹੋਣੀ ਚਾਹੀਦੀ, ਸਾਡੀ ਖੁਦਾ ਪਰਸਤੀ ਜ਼ਾਹਰੀ ਖੁਦਾ ਪਰਸਤੀ ਨਹੀਂ ਹੋਣੀ ਚਾਹੀਦੀ, ਸਾਡੀ ਖੁਦਾ ਤਰਸੀ ਜ਼ਾਹਰੀ ਖੁਦਾ ਤਰਸੀ ਨਹੀਂ ਹੋਣੀ ਚਾਹੀਦੀ, ਸਾਡੀ ਪਾਰਸਾਈ ਜ਼ਾਹਰੀ ਪਾਰਸਾਈ ਨਹੀਂ ਹੋਣੀ ਚਾਹੀਦੀ, ਸਾਡੀ ਪਾਕਬਾਜ਼ੀ ਜ਼ਾਹਰੀ ਪਾਕਬਾਜ਼ੀ ਨਹੀਂ ਹੋਣੀ ਚਾਹੀਦੀ, ਅਤੇ ਸਾਡੀ ਰਾਸਤਬਾਜ਼ੀ ਜ਼ਾਹਰੀ ਰਾਸਤਬਾਜ਼ੀ ਨਹੀਂ ਹੋਣੀ ਚਾਹੀਦੀ, ਅਤੇ ਸਾਡੇ ਸਾਰੇ ਕੰਮਕਾਰ ਉਹਦੇ ਜਲਾਲ ਵਾਸਤੇ ਜ਼ਾਹਰੀ ਨਹੀਂ ਹੋਣੇ ਚਾਹੀਦੇ, ਸਗੋਂ ਸਾਡਾ ਇੱਕ ਇੱਕ ਕੰਮਕਾਰ ਦਿਲੋਂ ਜਾਨੋਂ ਹੋਣਾ ਚਾਹੀਦਾ ਹੈ, ਤਾਂ ਜੋ ਸਾਡੇ ਉੱਠਣ ਬਹਿਣ ਤੋਂ, ਸਾਡੇ ਖਾਣ ਪੀਣ ਤੋਂ, ਸਾਡੇ ਸੌਣ ਜਾਗਣ ਤੋਂ, ਸਾਡੇ ਕੂਣ ਬੋਲਣ ਤੋਂ, ਸਾਡੇ ਲੈਣ ਦੇਣ ਤੋਂ, ਸਾਡੇ ਪਹਿਨਣ ਉੜਨ ਤੋਂ, ਸਾਡੇ ਸੀਨ ਪਰੋਣ ਤੋਂ, ਯਾਨੀ ਸਾਡੇ ਹਰ ਇੱਕ ਮਾਮਲੇ ਤੋਂ ਸੱਚੀ ਮੁੱਚੀ ਸਾਡੇ ਕਦੂਸ ਅਤੇ ਬਰਹਕ ਆਸਮਾਨੀ ਬਾਪ ਨੂੰ ਜਲਾਲ ਮਿਲੇ, ਤਾਂ ਜੋ ਆਖਰਕਾਰ ਸਾਨੂੰ ਉਹਦੇ ਸੋਹਣੇ ਪੁੱਤਰ ਦੀ ਸੋਹਣੀ ਕਚਹਿਰੀ ਵਿੱਚੋਂ ਧੱਕੇ ਨਾ ਪੈਣ, ਸਗੋਂ ਅਸੀਂ ਹਮੇਸ਼ਾ ਦੀ ਹਯਾਤੀ ਦਾ ਤਾਜ ਹਾਸਲ ਕਰਕੇ ਅਬਦੀ ਬਹਿਸ਼ਤ ਵਿੱਚ, ਅਬਦੀ ਫਿਰਦੌਸ ਵਿੱਚ, ਅਬਦੀ ਦੁਨੀਆ ਵਿੱਚ, ਅਬਦੀ ਜਹਾਨ ਵਿੱਚ, ਅਬਦੀ ਕਾਇਨਾਤ ਵਿੱਚ ਅਤੇ ਉਹਦੇ ਅਬਦੀ ਸ਼ਹਿਰ ਨਵੇਂ ਯਰੂਸ਼ਲਮ ਵਿੱਚ ਉਹਦੇ ਨਾਲ, ਉਹਦੇ ਪੁੱਤਰ ਨਾਲ, ਉਹਦਿਆਂ ਫਰਿਸ਼ਤਿਆਂ ਨਾਲ, ਉਹਦਿਆਂ ਪੈਗੰਬਰਾਂ ਨਾਲ ਅਤੇ ਉਹਦਿਆਂ ਮੁਕੱਦਸਾਂ ਨਾਲ ਹਮੇਸ਼ਾ ਹਮੇਸ਼ਾ ਤੀਕ ਵਸੋ ਕਰਨ ਦੇ ਲਾਇਕ ਬਣ ਜਾਵੀਏ। ਪਰ ਜੇ ਅਸੀਂ ਰੇਲਦੇ ਆ ਉਹਨਾਂ ਦੋਵਾਂ ਮੁਸਾਫਰਾਂ ਵਾਂਗੂ ਆਪਣਾ ਪੰਧ ਪੂਰਾ ਕਰਨ ਵਾਸਤੇ, ਆਪਣਾ ਪੈਂਡਾ ਪੂਰਾ ਕਰਨ ਵਾਸਤੇ, ਆਪਣਾ ਸਫ਼ਰ ਪੂਰਾ ਕਰਨ ਵਾਸਤੇ ਅਤੇ ਆਪਣਾ ਵੇਲਾ ਪੂਰਾ ਕਰਨ ਵਾਸਤੇ ਉਸ ਬਜ਼ੁਰਗ ਅਤੇ ਕਦੂਸ ਖੁਦਾ ਦੀ ਤਾਰੀਫ ਕਰਨ ਡਏ ਆ, ਉਸ ਕਦੂਸ ਅਤੇ ਬਰਹਕ ਦੇ ਨਗਮੇ ਗਾਉਣ ਡਏ ਆ, ਉਸ ਕਦੂਸ ਅਤੇ ਬਰਹਕ ਦੀ ਸਿਤਾਇਸ਼ ਕਰਨ ਡਏ ਆ, ਉਸ ਕਦੂਸ ਅਤੇ ਬਰਹਕ ਦਾ ਕਲਾਮ ਸੁਣਾਉਣ ਡਏ ਆ ਅਤੇ ਉਸ ਕਦੂਸ ਅਤੇ ਬਰਹਕ ਦੀ ਇਬਾਦਤ ਕਰਨ ਡਏ ਆ, ਤਾਂ ਸਾਨੂੰ ਅਖੀਰ ਵਿੱਚ ਹਮੇਸ਼ਾ ਦੀ ਅੱਗ ਅਤੇ ਗੰਧਕ ਦੀ ਭੱਠੀ ਵਿੱਚ ਸੁੱਟਿਆ ਜਾਵੇਗਾ ਅਤੇ ਸਾਡੀ ਹਾਲਤ ਉੱਤੇ ਉਹ ਕਦੂਸ ਅਤੇ ਬਰਹਕ ਖੁਦਾ, ਉਹਦਾ ਪੁੱਤਰ ਖੁਦਾਵੰਦ ਯਿਸੂ ਮਸੀਹ, ਉਹਦੇ ਪਾਕੀਜ਼ਾ ਫਰਿਸ਼ਤੇ ਅਤੇ ਉਹਦੇ ਪਾਕੀਜ਼ਾ ਲੋਕ ਖਿੜਖਿੜ ਹੱਸਣਗੇ, ਜਿਵੇਂ ਉਹਨਾਂ ਦੋਵਾਂ ਪਿਓ ਪੁੱਤਰਾਂ ਦੀ ਗੱਲਬਾਤ ਦੇ ਆਖਰ ਵਿੱਚ ਆਲ ਦੁਆਲੇ ਦੀਆਂ ਸਭਨਾ ਸਵਾਰੀਆਂ ਨੇ ਖਿੜਖਿੜ ਖਿੱਲੀ ਪਾਈ। ਨਹੀਂ ਭਾਈ, ਸਾਨੂੰ ਉਹਨਾਂ ਦੋਵਾਂ ਮੁਸਾਫਰਾਂ ਵਾਂਗੂ ਨਹੀਂ ਕਰਨਾ ਚਾਹੀਦਾ, ਜਿਹੜੇ ਹਕੀਕਤ ਵਿੱਚ ਆਪੋ ਵਿੱਚ ਹੈ ਤਾਂ ਪਿਓ ਪੁੱਤਰ ਸਨ, ਪਰ ਐਵੇਂ ਵਿਖਾਵੇ ਵਾਸਤੇ ਲੰਮੀ ਚੌੜੀ ਗੱਲਬਾਤ ਕਰਦੇ ਰਹੇ। ਨਹੀਂ ਤਾਂ ਆਖਰ ਵਿੱਚ ਸਾਨੂੰ ਡਾਢੀ ਨਦਾਮਤ ਅਤੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਵੇਗਾ। ਸਾਨੂੰ ਆਪਣੇ ਉਸਤਾਦ ਦਾ,
ਆਪਣੇ ਮੁਰਸ਼ਦ ਦਾ, ਆਪਣੇ ਆਕਾ ਦਾ, ਆਪਣੇ ਗੁਰੂ ਦਾ, ਆਪਣੇ ਸਵਾਮੀ ਦਾ, ਆਪਣੇ ਸਿਪਾਹ ਸਲਾਰ ਦਾ, ਆਪਣੇ ਰਹਿਨੁਮਾ ਦਾ, ਆਪਣੇ ਰਹਿਬਰ ਦਾ ਅਤੇ ਆਪਣੇ ਨਜਾਤ ਦਹਿੰਦਾ ਦਾ ਇਹ ਸੁੱਚਾ, ਸੱਚਾ, ਉੱਚਾ ਅਤੇ ਪਾਕੀਜ਼ਾ ਕੌਲ ਹਮੇਸ਼ਾ ਹਮੇਸ਼ਾ ਵਾਸਤੇ ਆਪਣੇ ਪੱਲੇ ਘੁੱਟ ਕੇ ਬੰਨ ਲੈਣਾ ਚਾਹੀਦਾ ਹੈ, ਜਿਹੜਾ ਉਹਨੇ ਯੋਹੰਨਾ ਰਸੂਲ ਦੀ ਮਾਰਫਤ ਲਿਖੀ ਹੋਈ ਆਪਣੀ ਸੋਹਣੀ, ਸੁੱਚੀ ਅਤੇ ਉੱਚੀ ਅੰਜੀਲ ਦੇ ਚੌਥੇ ਬਾਬ ਦੀ 24ਵੀਂ ਆਇਤ ਵਿੱਚ ਫਰਮਾਇਆ ਸੀ ਭਈ ਖੁਦਾ ਰੂਹ ਹੈ ਅਤੇ ਲੋੜ ਇਸ ਗੱਲ ਦੀ ਹੈ ਭਈ ਜਿਹੜੇ ਉਹਦੀ ਪੂਜਾ ਕਰਨ ਉਹ रूह ਅਤੇ ਸਚਾਈ ਨਾਲ ਕਰਨ। ਖੁਦਾਵੰਦ ਤੁਹਾਨੂੰ ਸਾਰਿਆਂ ਨੂੰ ਇਸ ਕਲਾਮ ਦੇ ਵਸੀਲੇ ਨਾਲ ਬਰਕਤ ਦੇਵੇ। ਆਮੀਨ।